ਹੁਣ ਅੱਗੇ ਵਧਦੇ ਤੇ ਗੱਲ ਹੋਵੇਗੀ ਖਬਰਾਂ ਦੀ ਵਿਸਥਾਰ ਦੇ ਨਾਲ ਤੇ ਗੱਲ ਹੋਵੇਗੀ ਟਿੱਡੀਆਂ ਦੀ। ਜਿਹਾਂ ਰਾਜਧਾਨੀ ਦਿੱਲੀ ਦੇ ਉੱਤੇ ਇਸ ਸਮੇਂ ਟਿੱਡੀ ਦਲ ਦਾ ਖਤਰਾ ਮੰਡਰਾ ਰਿਹਾ ਹੈ। ਐਨਸੀਆਰ ਦੇ ਰਿਹਾਇਸ਼ੀ ਇਲਾਕਿਆਂ ਦੇ ਵਿੱਚ ਟਿੱਡੀ ਦਲ ਪਹੁੰਚ ਚੁੱਕਿਆ ਹੈ। ਗੁਰੂਗ੍ਰਾਮ ਅਤੇ ਫਰੀਦਾਬਾਦ ਦੇ ਵਿੱਚੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜੋ ਤੁਹਾਨੂੰ ਦਿਖਾਵਾਂਗੇ। रेवाड़ी ਅਤੇ ਝੱਜਰ ਦੇ ਵਿੱਚ ਵੀ ਟਿੱਡੀਆਂ ਨੇ ਹਮਲਾ ਬੋਲਿਆ। ਟਿੱਡੀਆਂ ਦੇ ਹਮਲੇ ਦੇ ਨਾਲ ਕਿਸਾਨ ਪਰੇਸ਼ਾਨ ਨੇ। ਥਾਲੀਆਂ ਵਜਾ ਕੇ ਟਿੱਡੀਆਂ ਨੂੰ ਭਜਾਉਣ ਦੇ ਵਿੱਚ ਕਿਸਾਨ ਜੁਟੇ ਹੋਏ ਨੇ। ਤਾਂ ਰਾਜਧਾਨੀ ਦਿੱਲੀ ਦੇ ਉੱਤੇ ਟਿੱਡੀ ਦਲ ਦਾ ਖਤਰਾ ਮੰਡਰਾ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਗੁਰੂਗ੍ਰਾਮ ਅਤੇ ਫਰੀਦਾਬਾਦ ਦੇ ਵਿੱਚ ਟਿੱਡੀ ਦਲ ਪਹੁੰਚੇ। ਖਾਸ ਤੌਰ ਤੇ ਰਿਹਾਇਸ਼ੀ ਇਲਾਕੇ ਦੇ ਵਿੱਚ ਵੀ ਟਿੱਡੀ ਦਲ ਪਹੁੰਚ ਗਿਆ। ਹਾਲਾਂਕਿ ਕਿਸਾਨਾਂ ਦੇ ਲਈ ਜ਼ਿਆਦਾ ਦਿੱਕਤ ਹੁੰਦੀ ਹੈ। ਕਿਸਾਨਾਂ ਦੀ ਫਸਲ ਦੇ ਉੱਤੇ ਬਹੁਤ ਵੱਡਾ ਨੁਕਸਾਨ ਟਿੱਡੀ ਦਲ ਦਾ ਹੁੰਦਾ ਹੈ। ਤਾਂ ਇਸ ਸਮੇਂ ਤੁਸੀਂ ਦੇਖੋ ਜਿਹੜੇ ਜ਼ਿਲ੍ਹੇ ਨੇ ਹਰਿਆਣਾ ਦੇ रेवाड़ी ਝੱਜਰ ਫਰੀਦਾਬਾਦ ਤੇ ਗੁਰੂਗ੍ਰਾਮ ਇਹਨਾਂ ਦੇ ਵਿੱਚ ਟਿੱਡੀ ਦਲ ਦਾ ਖਤਰਾ ਸਾਫ਼ ਤੌਰ ਤੇ ਮੰਡਰਾ ਰਿਹਾ ਹੈ। ਤੇ ਰਿਹਾਇਸ਼ੀ ਇਲਾਕੇ ਗੁਰੂਗ੍ਰਾਮ ਤੇ ਫਰੀਦਾਬਾਦ ਦੇ ਰਿਹਾਇਸ਼ੀ ਇਲਾਕਿਆਂ ਦੇ ਵਿੱਚ ਵੀ ਟਿੱਡੀ ਦਲ ਇਸ ਸਮੇਂ ਪਹੁੰਚਿਆ ਹੋਇਆ ਤੇ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਕਰੋੜਾਂ ਦੀ ਗਿਣਤੀ ਦੇ ਵਿੱਚ ਟਿੱਡੀਆਂ ਉੱਥੇ ਪਹੁੰਚੀਆਂ ਨੇ। ਉਹਨਾਂ ਦਾ ਟੈਰਰ ਸਾਫ਼ ਤੌਰ ਦੇ ਉੱਤੇ ਨਜ਼ਰ ਆ ਰਿਹਾ ਹੈ। ਤੇ ਰਾਜਧਾਨੀ ਦਿੱਲੀ ਦੇ ਉੱਤੇ ਵੀ ਇਸ ਕਰਕੇ ਖਤਰਾ ਮੰਡਰਾ ਰਿਹਾ ਹੈ। ਗੁਰੂਗ੍ਰਾਮ ਤੇ ਫਰੀਦਾਬਾਦ ਇਹ ਦੋ ਵੱਡੇ ਸ਼ਹਿਰ ਨੇ ਦਿੱਲੀ ਐਨਸੀਆਰ ਦਾ ਹਿੱਸਾ ਤੇ ਰਾਜਧਾਨੀ ਦਿੱਲੀ ਦੇ ਵਿੱਚ ਵੀ ਟਿੱਡੀ ਦਲ ਦਸਤਕ ਦੇ ਸਕਦਾ ਹੈ। ਇਹ ਵੀ ਦੱਸਿਆ ਜਾ ਰਿਹਾ ਕਿ ਟਿੱਡੀ ਦਲ ਦੀ ਜਿਹੜੀ ਤਾਦਾਦ ਹੁੰਦੀ ਹੈ ਉਹ 10 ਕਿਲੋਮੀਟਰ ਤੇ 6 ਕਿਲੋਮੀਟਰ ਇਹ ਪੂਰਾ ਇੱਕ ਜਾਲ ਦੀ ਤਰ੍ਹਾਂ ਅੱਗੇ ਵੱਧਦਾ ਹੈ। 10 ਕਿਲੋਮੀਟਰ ਲੰਬਾ ਪੂਰਾ ਸਟ੍ਰੈਚ ਤੇ ਨਾਲ ਹੀ 6 ਕਿਲੋਮੀਟਰ ਚੌੜਾ। ਤੁਸੀਂ ਸੋਚ ਕੇ ਦੇਖੋ ਕਿ 10 ਕਿਲੋਮੀਟਰ ਲੰਬੇ ਪੂਰੇ ਅਸਮਾਨ ਦੇ ਵਿੱਚ ਟਿੱਡੀਆਂ ਹੋਣ, 6 ਕਿਲੋਮੀਟਰ ਉਹਨਾਂ ਦੀ ਚੜਾਈ ਹੋਵੇ ਤਾਂ ਕਿੰਨਾ ਵੱਡਾ ਜਾਲ ਤੁਹਾਨੂੰ ਅਸਮਾਨ ਦੇ ਵਿੱਚ ਨਜ਼ਰ ਆਏਗਾ। ਤਾਂ ਇਹ ਟਿੱਡੀਆਂ ਦਾ ਖਤਰਾ ਇਸ ਸਮੇਂ ਦਿੱਲੀ ਦੇ ਵਿੱਚ ਸਾਫ਼ ਤੌਰ ਤੇ ਮੰਡਰਾ ਰਿਹਾ ਹੈ। खतरनाक है टिड्डी दल कितना को खतरनाक है भी समझाने की कोशिश कर रहे हैं। एक दिन 150 किलोमीटर तक का सफर तय कर लेंदा है। टिड्डी दल हवा के रुख दे नाल चलदा है। जिस साइड की हवा होगी उस साइड वाल टिड्डी दल ਵਧਣਾ शुरू हो जाएगा। ਤੇ ਇੱਕ ਝੁੰਡ ਦੇ ਵਿੱਚ ਲੱਖਾਂ ਕਰੋੜਾਂ ਟਿੱਡੀਆਂ ਹੁੰਦੀਆਂ ਨੇ। ਉਹਨਾਂ ਦੀ ਤਾਦਾਦ ਲੱਖਾਂ ਕਰੋੜਾਂ ਦੇ ਵਿੱਚ ਹੋ ਸਕਦੀ ਹੈ। ਤਾਂ ਇਹਨਾਂ ਦੇ ਕਿੰਨੇ ਖਤਰਨਾਕ ਹੋ ਸਕਦੇ ਨੇ ਅੰਦਾਜ਼ਾ ਲਗਾਇਆ ਸਕਦਾ ਹੈ। 20 ਤੋਂ 25 ਮਿੰਟ ਦੇ ਵਿੱਚ ਪੂਰੀ ਫਸਲ ਜਿੰਨੀ ਫਸਲ ਦੇ ਉੱਤੇ ਜਾ ਕੇ ਟਿੱਡੀ ਦਲ ਬੈਠਿਆ, ਚਾਹੇ 2 ਏਕੜ ਚ ਹੋਵੇ, 5 ਚ ਹੋਵੇ, 10 ਚ ਹੋਵੇ, ਜਿੱਥੇ ਜਿੱਥੇ ਜਾ ਕੇ ਟਿੱਡੀ ਦਲ ਬੈਠ ਗਿਆ 20 ਤੋਂ 25 ਮਿੰਟ ਦੇ ਵਿੱਚ ਖਤਮ ਪੂਰੀ ਫਸਲ। ਇੱਕ ਟਿੱਡੀ ਦਾ ਵਜ਼ਨ 2 ਗ੍ਰਾਮ ਦੇ ਕਰੀਬ ਹੁੰਦਾ। ਟਿੱਡੀ ਆਪਣੇ ਵਜ਼ਨ ਜਿੰਨਾ ਹੀ ਖਾਂਦੀ ਹੈ ਪਰ ਇੱਕ ਪੱਤੇ ਦੇ ਉੱਤੇ ਜਾ ਕੇ ਵੀ ਕਈ ਟਿੱਡੀਆਂ ਬੈਠ ਜਾਂਦੀਆਂ ਨੇ ਤਾਂ ਪੂਰੀ ਫਸਲ ਕੁਝ ਹੀ ਮਿੰਟਾਂ ਦੇ ਵਿੱਚ ਤਬਾਹ ਕਰ ਦਿੰਦੀ ਹੈ। ਟਿੱਡੀ ਦਲ ਨੂੰ ਰੇਤਲਾ ਇਲਾਕਾ ਜਿਹੜਾ ਹੁੰਦਾ ਹੈ ਉਹ ਪਸੰਦ ਹੁੰਦਾ ਹੈ। ਇੱਕ ਟਿੱਡੀ ਇੱਕ ਵਾਰ ਦੇ ਵਿੱਚ 150 ਅੰਡੇ ਦਿੰਦੀ ਹੈ ਤੇ ਇਹਨਾਂ ਦੀ ਜਿਹੜੀ ਤਾਦਾਦ ਹੈ ਉਹ ਕੁਝ ਹੀ ਘੰਟਿਆਂ ਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਵੱਧਦੀ ਹੈ। ਬਹੁਤ ਤੇਜ਼ੀ ਦੀ ਰਫ਼ਤਾਰ ਦੇ ਨਾਲ ਇਹਨਾਂ ਦੀ ਤਾਦਾਦ ਵੱਧਦੀ ਹੈ। ਟਿੱਡੀ ਦਲ ਨੂੰ ਕਿਵੇਂ ਉਡਾਇਆ ਜਾ ਰਿਹਾ, ਕਿਸ ਤਰੀਕੇ ਨਾਲ ਭਜਾਇਆ ਜਾਂਦਾ ਹੈ, ਆਮ ਤੌਰ ਤੇ ਗਿਆਤ ਹੋਏਗਾ ਪੀਪੇ ਖੜਕਾ ਕੇ ਜਾਂ ਹੋਰ, ਕਿਉਂਕਿ ਸ਼ੋਰ ਦੇ ਨਾਲ ਜਿਹੜੀਆਂ ਟਿੱਡੀਆਂ ਨੇ ਉਹ ਭੱਜਦੀਆਂ ਨੇ ਉੱਤੇ ਉੱਡ ਜਾਂਦੀਆਂ ਨੇ ਇੱਕ ਥਾਂ ਤੋਂ। ਤਾਂ ਢੋਲ ਵਜਾ ਕੇ ਝੱਜਰ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਢੋਲ ਵਜਾ ਕੇ ਟਿੱਡੀਆਂ ਨੂੰ ਉੱਥੋਂ ਭਜਾਉਣ ਦੀ ਕੋਸ਼ਿਸ਼ ਹੈ ਤੇ ਨਾਲ ਹੀ ਲੋਕਾਂ ਨੂੰ ਵੀ ਅਗਾਹ ਕੀਤਾ ਜਾ ਰਿਹਾ ਹੈ ਇਸ ਸ਼ਖਸ ਦੇ ਵੱਲੋਂ ਟਿੱਡੀ ਦਲ ਦੇ ਇਸ ਪੂਰੇ ਖਤਰੇ ਤੋਂ। ਆਪਣਾ ਖੇਤਾਂ में पहुंच जा, ट्रैक्टर पर डीजे बाजन दे, या ट्रैक्टर नहीं है तो अपनी थाली लेके जा और खुद को कर दे भाई, टिड्डी बाज जाएंगी, नहीं तो बहुत ज्यादा नुकसान कर देंगे टिड्डी। कट जला में टिड्डी आगी से खान पर खुर्द में मुनादी करीदा से के सब जमींदार अपना अपना खेता में पहुंच जा, ट्रैक्टर पर डीजे टिड्डी आगी से।
ਅੱਗੇ ਵਧਦੇ ਤੇ ਹੁਣ ਗੱਲ ਕਿਸਾਨਾਂ ਦੀ ਅਸੀਂ ਕਰਾਂਗੇ। ਐਮਐਸਪੀ ਤੇ ਕੇਂਦਰੀ ਖੇਤੀਬਾੜੀ ਮੰਤਰੀ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਕਿਉਂਕਿ ਕੇਂਦਰ ਦੇ ਆਰਡੀਨੈਂਸ ਨੂੰ ਲੈ ਕੇ ਬਵਾਲ ਮਚਿਆ ਹੋਇਆ ਪੰਜਾਬ ਦੇ ਵਿੱਚ ਸਿਆਸਤ ਭਖੀ ਹੋਈ ਹੈ ਤੇ ਕੇਂਦਰੀ ਖੇਤੀਬਾੜੀ ਮੰਤਰੀ ਕੀ ਕਹਿ ਰਹੇ ਨੇ ਉਹ ਤੁਹਾਨੂੰ ਸੁਣਵਾਵਾਂਗੇ। ਦਰਅਸਲ ਐਮਐਸਪੀ ਦੇ ਉੱਤੇ ਉਹਨਾਂ ਨੇ ਵੱਡਾ ਬਿਆਨ ਦਿੱਤਾ ਤੇ ਕਿਹਾ ਕਿ ਕਿਸੇ ਵੀ ਕੀਮਤ ਦੇ ਉੱਤੇ ਐਮਐਸਪੀ ਨੂੰ ਖਤਮ ਨਹੀਂ ਕੀਤਾ ਜਾਏਗਾ। ਐਮਐਸਪੀ ਕੱਲ ਵੀ ਸੀ, ਅੱਗੇ ਵੀ ਜਾਰੀ ਰਹੇਗੀ। ਕੇਂਦਰ ਦੇ ਫੈਸਲੇ ਦੇ ਨਾਲ ਕਿਸਾਨਾਂ ਦੀ ਆਮਦਨ ਵਧੇਗੀ, ਕਿਸਾਨਾਂ ਨੂੰ ਕਿਤੇ ਵੀ ਫਸਲ ਵੇਚਣ ਦੀ ਆਜ਼ਾਦੀ ਹੋ ਸਕੇਗੀ। ਸੂਬਿਆਂ ਦੇ ਅਧਿਕਾਰਾਂ ਦਾ ਕੋਈ ਹਨਨ ਨਹੀਂ ਹੈ। ਨਰਿੰਦਰ ਸਿੰਘ ਤੋਮਰ ਇਹ ਵੀ ਜ਼ਿਕਰ ਕਰਦੇ ਨਜ਼ਰ ਆਏ। ਆਰਡੀਨੈਂਸ ਦੇ ਉੱਤੇ ਕਿਸਾਨਾਂ ਨੂੰ ਗੁੰਮਰਾਹ ਕਰ ਰਹੀ ਹੈ ਕਾਂਗਰਸ। ਚੋਣ ਵਾਅਦਿਆਂ ਤੇ ਤੋਮਰ ਨੇ ਕੈਪਟਨ ਨੂੰ ਘੇਰਿਆ ਹੈ। ਕੈਪਟਨ ਨੇ ਆਪਣੇ ਵਾਅਦੇ ਵਫਾ ਨਹੀਂ ਕੀਤੇ, ਕਰਜ਼ਾ ਮਾਫ ਨਹੀਂ ਕੀਤਾ ਗਿਆ, ਘਰ ਰੋਜ਼ਗਾਰ ਨਹੀਂ ਦਿੱਤੇ ਗਏ, ਪੰਜਾਬ ਨਸ਼ਾ ਮੁਕਤ ਨਹੀਂ ਹੋ ਸਕਿਆ, ਪੰਜਾਬ ਕੰਗਾਲੀ ਦੇ ਵੱਲ ਵਧ ਰਿਹਾ, ਭ੍ਰਿਸ਼ਟਾਚਾਰ ਜ਼ੋਰਾਂ ਤੇ ਹੈ। ਇਹ ਸਾਰੇ ਇਲਜ਼ਾਮ ਬੀਜੇਪੀ ਦੇ ਵੱਲੋਂ ਲਗਾਏ ਜਾ ਰਹੇ ਨੇ। ਦਰਅਸਲ ਵਰਚੁਅਲ ਰੈਲੀ ਕੀਤੀ ਗਈ ਬੀਜੇਪੀ ਦੇ ਵੱਲੋਂ ਅੱਜ ਪੰਜਾਬ ਦੇ ਵਿੱਚ ਤੇ ਕੇਂਦਰੀ ਖੇਤੀਬਾੜੀ ਮੰਤਰੀ ਇਸ ਰੈਲੀ ਨੂੰ ਸੰਬੋਧਨ ਕਰਦੇ ਨਜ਼ਰ ਆਏ। ਉਹਨਾਂ ਦੇ ਉੱਤੇ ਪਹਿਲਾਂ ਹੀ ਬਹੁਤ ਨਜ਼ਰ ਸੀ ਤੇ ਉਹਨਾਂ ਨੇ ਐਮਐਸਪੀ ਦਾ ਜ਼ਿਕਰ ਵੀ ਕੀਤਾ ਕਿ ਐਮਐਸਪੀ ਨੂੰ ਲੈ ਕੇ ਕੋਈ ਚਿੰਤਾ ਕਰਨ ਦੀ ਜ਼ਰੂਰਤ ਨਹੀਂ। ਐਮਐਸਪੀ ਹੁਣ ਵੀ ਹੈ ਤੇ ਅੱਗੇ ਵੀ ਜਾਰੀ ਰਹੇਗੀ। भारतीय जनता पार्टी और नरेंद्र मोदी जी की सरकार यह किसानों के लिए समर्पित है, गांव के लिए समर्पित है, गरीब के लिए समर्पित है। और जहां तक एमएसपी का सवाल है, एमएसपी कल भी थी, एमएसपी आज भी है और एमएसपी आगे भी जारी रहेगी। किसी को भ्रम में आने की आवश्यकता इस मामले में नहीं है। कैप्टन साहब मुख्यमंत्री हैं। यह सरकार जब चुनाव लड़ रही थी, कांग्रेस पार्टी के उम्मीदवार मैदान में थे, तो उस समय मुझे ध्यान है, मुझे भी पंजाब में पार्टी का काम करने का अवसर मिला था और उस समय कांग्रेस ने यह कहा था कि हम सरकार में आएंगे तो किसानों का पूरा कर्जा माफ करेंगे। दूसरा उनके घोषणा पत्र में यह था कि हम पंजाब के हर बेरोजगार को नौकरी देने का काम करेंगे। और तीसरा उन्होंने कहा था कि पंजाब को हम नशे से मुक्त कर देंगे। लेकिन मुझे बहुत ही दुख के साथ यह कहना पड़ता है कि न तो किसानों का कर्जा माफ हुआ, न बेरोजगारी दूर हुई और न पंजाब नशे से मुक्त हुआ। और मैं ये कहूं तो किसी को अशोक्ति नहीं होनी चाहिए कि इस कांग्रेस की सरकार के कार्यकाल में पंजाब कंगाली की ओर जा रहा है। नरेंद्र मोदी जी के नेतृत्व में यह रिफॉर्म किया गया कि किसान अपनी प्रोड्यूस को स्वतंत्रता पूर्वक किसी भी स्थान से बेच सकता है। वह अपने खेत से भी बेच सकता है, घर से भी बेच सकता है, वेयर हाउस से भी बेच सकता है, कोल्ड स्टोरेज से भी बेच सकता है। मंडी जो राज्य की है, उस मंडी की चार दीवारी के बाहर किसान कहीं से भी और कहीं तक भी वह अपने उत्पादन का व्यापार कर सकता है। देश के कृषि मंत्री जी ने पंजाब के पत्रकारों ਨੂੰ, दिल्ली के पत्रकारों ਨੂੰ बड़े दम नाल बड़े जोर नाल ਇਹ ਗੱਲ ਕਹੀ, एमएसपी सी, एमएसपी है, एमएसपी रहेगी। ਉਹਦੇ बावजूद भी सर्वदलीय बैठक के अंदर जिस प्रकार की नोटंकी, जिस प्रकार का प्रपंच कांग्रेस ने रचा, ਉਹਦਾ सीधा सीधा कारण है कि कांग्रेस अपना आधार खो चुकी है। और मैं एक गल पूछना चाहना, खेत किसान दा, बीज किसान दा, फसल किसान दी, और ਉਹਨੂੰ क्या अपनी फसल ਨੂੰ एमएसपी तो ऊपर अगर भाव मिले तो बेचन का अधिकार देश की आजादी के 73 ਵਰਿਆਂ बाद भी नहीं मिलना चाहिए। ਅੱਗੇ ਵਧਦੇ ਤੇ ਹੁਣ ਕਰੋਨਾ ਦੇ ਨਾਲ ਜੁੜੇ ਹੋਏ ਅਪਡੇਟ ਤੁਹਾਨੂੰ ਦਵਾਂਗੇ। ਪੂਰੇ ਅੰਕੜੇ ਕੀ ਕੁਝ ਨੇ। ਇਸ ਸਮੇਂ ਦੇਸ਼ ਦੇ ਵਿੱਚ ਕਰੋਨਾ ਦੇ ਮਾਮਲੇ 5 ਲੱਖ ਤੋਂ ਪਾਰ ਹੋ ਚੁੱਕੇ ਨੇ ਤੇ 24 ਘੰਟੇ ਦੇ ਵਿੱਚ ਰਿਕਾਰਡ 18,552 ਨਵੇਂ ਮਾਮਲੇ ਰਿਪੋਰਟ ਕੀਤੇ ਗਏ ਨੇ। ਇਹ ਤਾਦਾਦ ਲਗਾਤਾਰ ਵਧਦੀ ਹੋਈ ਨਜ਼ਰ ਆ ਰਹੀ ਹੈ। ਇੱਕ ਦਿਨ ਦੇ ਵਿੱਚ 18,000 18,500 ਮਾਮਲੇ ਸਾਹਮਣੇ ਆ ਗਏ ਨੇ।
ਤੇ 24 ਘੰਟੇ ਦੇ ਵਿੱਚ ਕਰੋਨਾ ਦੀ ਵਜ੍ਹਾ ਦੇ ਨਾਲ 384 ਲੋਕਾਂ ਦੀ ਮੌਤ ਹੋ ਗਈ। ਦੇਸ਼ ਦੇ ਵਿੱਚ 5,08,953 ਟੋਟਲ ਕੇਸ ਹੋ ਚੁੱਕੇ ਨੇ। 15,685 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕਰੋਨਾ ਦੇ ਕਰੀਬ 3 ਲੱਖ ਮਰੀਜ਼ ਹੁਣ ਤੱਕ ਠੀਕ ਵੀ ਹੋਏ। ਉਧਰ ਕਰੋਨਾ ਦੇ ਵੱਧਦੇ ਮਾਮਲਿਆਂ ਤੇ ਰਾਹੁਲ ਗਾਂਧੀ ਵੀ ਕੇਂਦਰ ਦੇ ਉੱਤੇ ਹਮਲਾਵਰ ਨੇ ਕਿ ਦੇਸ਼ ਦੇ ਕਈ ਨਵੇਂ ਹਿੱਸਿਆਂ ਦੇ ਵਿੱਚ ਕਰੋਨਾ ਫੈਲ ਰਿਹਾ ਹੈ। ਸਰਕਾਰ ਦੇ ਕੋਲ ਕਰੋਨਾ ਦੇ ਨਾਲ ਨਜਿੱਠਣ ਦੀ ਕੋਈ ਯੋਜਨਾ ਹੀ ਨਹੀਂ ਹੈ। ਕੇਂਦਰ ਦੀ ਸਰਕਾਰ ਦੇ ਉੱਤੇ ਇੱਕ ਵਾਰ ਫਿਰ ਤੋਂ ਰਾਹੁਲ ਗਾਂਧੀ ਵਰਦੇ ਹੋਏ ਨਜ਼ਰ ਆਏ ਨੇ। ਉਹਨਾਂ ਨੇ ਕਿਹਾ ਕਿ ਕਰੋਨਾ ਦੇ ਵੱਧਦੇ ਮਾਮਲਿਆਂ ਦੇ ਉੱਤੇ ਪ੍ਰਧਾਨ ਮੰਤਰੀ ਚੁੱਪ ਕਿਉਂ ਨੇ। ਕਰੋਨਾ ਦੇ ਖਿਲਾਫ ਲੜਾਈ ਦੇ ਵਿੱਚ ਪ੍ਰਧਾਨ ਮੰਤਰੀ ਨੇ ਸਰੈਂਡਰ ਕਰ ਦਿੱਤਾ ਹੈ। ਇਹ ਵੀ ਇਲਜ਼ਾਮ ਰਾਹੁਲ ਗਾਂਧੀ ਦੇ ਵੱਲੋਂ ਲਗਾਏ ਗਏ। ਤਾਂ ਕਾਂਗਰਸ ਲਗਾਤਾਰ ਕਰੋਨਾ ਦੇ ਮੁੱਦੇ ਦੇ ਉੱਤੇ ਕੇਂਦਰ ਦੀ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕਰ ਰਹੀ ਹੈ ਤੇ ਰਾਹੁਲ ਗਾਂਧੀ ਸਿੱਧਾ ਪ੍ਰਧਾਨ ਮੰਤਰੀ ਦੇ ਉੱਤੇ ਵਾਰ ਕਰ ਰਹੇ ਨੇ ਕਿ ਪ੍ਰਧਾਨ ਮੰਤਰੀ ਇਸ ਪੂਰੇ ਮਾਮਲੇ ਦੇ ਵਿੱਚ ਚੁੱਪ ਕਿਉਂ ਨੇ। ਜਿਸ ਤਰੀਕੇ ਨਾਲ ਮਾਮਲੇ ਲਗਾਤਾਰ ਵੱਧ ਰਹੇ ਨੇ, ਇਲਜ਼ਾਮ ਲਗਾਏ ਜਾ ਰਹੇ ਨੇ ਕਿ ਸਰੈਂਡਰ ਕਰ ਦਿੱਤਾ ਗਿਆ ਹੈ ਕਾਂਗਰਸ ਦੇ ਵੱਲੋਂ। ਉਧਰ ਪੰਜਾਬ ਦੇ ਵਿੱਚ ਕਰੋਨਾ ਦੇ ਨਾਲ ਇੱਕ ਹੋਰ ਸ਼ਖਸ ਦੀ ਮੌਤ ਹੋ ਗਈ। ਮਲੇਰਕੋਟਲਾ ਦੇ ਵਿੱਚ ਇੱਕ ਮਹਿਲਾ ਨੇ ਦਮ ਤੋੜ ਦਿੱਤਾ। ਇਕੱਲੇ ਮਲੇਰਕੋਟਲਾ ਦੇ ਵਿੱਚ ਹੁਣ ਤੱਕ 8 ਲੋਕਾਂ ਦੀ ਮੌਤ ਕਰੋਨਾ ਦੀ ਵਜ੍ਹਾ ਨਾਲ ਹੋ ਚੁੱਕੀ ਹੈ ਤੇ ਪੰਜਾਬ ਦੇ ਵਿੱਚ ਮਰਨ ਵਾਲਿਆਂ ਦੀ ਗਿਣਤੀ 126 ਤੱਕ ਪਹੁੰਚ ਚੁੱਕੀ ਹੈ। ਇਹ ਅੰਕੜਾ ਲਾਜ਼ਮੀ ਤੌਰ ਤੇ ਪਰੇਸ਼ਾਨ ਕਰਨ ਵਾਲਾ ਹੈ। ਜਿਸ ਤਰੀਕੇ ਨਾਲ ਲਗਾਤਾਰ ਮੌਤਾਂ ਦਾ ਅੰਕੜਾ ਵਧਿਆ ਹੈ। ਸੰਗਰੂਰ ਜ਼ਿਲ੍ਹਾ ਪਿਛਲੇ ਕੁਝ ਦਿਨਾਂ ਦੇ ਵਿੱਚ ਬਹੁਤ ਪ੍ਰਭਾਵਿਤ ਨਜ਼ਰ ਆਇਆ ਹੈ ਤੇ ਸਿਰਫ ਮੈਂ ਮਲੇਰਕੋਟਲਾ ਸ਼ਹਿਰ ਦਾ ਜ਼ਿਕਰ ਕਰਾਂ ਤਾਂ ਉੱਥੇ 8 ਲੋਕਾਂ ਦੀ ਮੌਤ ਹੁਣ ਤੱਕ ਕਰੋਨਾ ਦੀ ਵਜ੍ਹਾ ਦੇ ਨਾਲ ਹੋ ਚੁੱਕੀ ਹੈ। ਪੂਰੇ ਪੰਜਾਬ 'ਚ 126 ਤੱਕ ਕੇ ਮੌਤਾਂ ਦਾ ਅੰਕੜਾ ਪਹੁੰਚ ਚੁੱਕਿਆ ਹੈ। ਲਗਾਤਾਰ ਮੌਤਾਂ ਦੀਆਂ ਖਬਰਾਂ ਵੱਖ-ਵੱਖ ਥਾਵਾਂ ਤੋਂ ਸਾਹਮਣੇ ਆ ਰਹੀਆਂ ਨੇ। ਉਧਰ ਸੋਨੀਪਤ ਦੇ ਵਿੱਚ ਇੱਕ ਪੇਂਟ ਫੈਕਟਰੀ ਦੇ ਵਿੱਚ ਅੱਗ ਲੱਗਣ ਦੀ ਘਟਨਾ ਵਾਪਰੀ। ਅੱਗ ਦਾ ਤਾਂਡਵ ਉੱਥੋਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ। ਬਹੁਤ ਮਸ਼ੱਕਤ ਤੋਂ ਬਾਅਦ ਅੱਗ ਦੇ ਉੱਤੇ ਕਾਬੂ ਪਾ ਲਿਆ ਗਿਆ ਹੈ। ਜੋ ਰਾਹਤ ਦੀ ਖਬਰ ਹੈ, ਸੋਨੀਪਤ ਦੇ ਨਾਥੂਪੁਰ ਪਿੰਡ ਦੇ ਵਿੱਚ ਇਹ ਹਾਦਸਾ ਵਾਪਰਿਆ ਹੈ। ਅੱਗ ਨੇ ਪੂਰੀ ਫੈਕਟਰੀ ਨੂੰ ਹੀ ਆਪਣੀ ਲਪੇਟ ਦੇ ਵਿੱਚ ਲੈ ਲਿਆ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਖੁਲਾਸਾ ਨਹੀਂ ਹੋ ਸਕਿਆ। ਫਿਲਹਾਲ ਜਾਨੀ ਨੁਕਸਾਨ ਦੀ ਵੀ ਕੋਈ ਖਬਰ ਨਹੀਂ ਹੈ। ਇਹ ਵੀ ਇੱਕ ਰਾਹਤ ਦੀ ਖਬਰ ਜ਼ਰੂਰ ਹੈ। ਪਰ ਇੱਕ ਪਾਸੇ ਕਰੋਨਾ ਸੋਨੀਪਤ ਜ਼ਿਲ੍ਹੇ ਦੇ ਵਿੱਚ ਵੀ ਬਹੁਤ ਹੈ ਤੇ ਇਸ ਵਜ੍ਹਾ ਨਾਲ ਪੂਰੇ ਦੇਸ਼ ਦੇ ਵਿੱਚ ਹੀ ਕੰਮਕਾਜ ਪ੍ਰਭਾਵਿਤ ਹੋਏ ਨੇ ਤੇ ਇਸ ਪੇਂਟ ਫੈਕਟਰੀ ਦੇ ਵਿੱਚ ਵੀ ਲਾਜ਼ਮੀ ਤੌਰ ਤੇ ਬਹੁਤ ਸਾਰੇ ਲੋਕ ਕੰਮ ਕਰਦੇ ਹੋਣਗੇ। ਉੱਥੇ ਅੱਗ ਲੱਗਣ ਨਾਲ ਦਿੱਕਤ ਉਹਨਾਂ ਦੇ ਰੋਜ਼ਗਾਰ ਨੂੰ ਵੀ ਹੁਣ ਆਏਗੀ। ਤਾਂ ਇਹ ਕਰੋਨਾ ਕਾਲ ਦੇ ਵਿੱਚ ਕਿਸ ਤਰੀਕੇ ਦੀਆਂ ਵੱਖ-ਵੱਖ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਹਨਾਂ ਖਬਰਾਂ ਦੇ ਜ਼ਰੀਏ ਬਿਆਨ ਹੋ ਰਿਹਾ ਹੈ। ਸੋਨੀਪਤ ਦੇ ਨਾਥੂਪੁਰ ਪਿੰਡ ਦੇ ਵਿੱਚ ਹੈ ਜਿੱਥੇ ਫੈਕਟਰੀ ਨੂੰ ਅੱਗ ਲੱਗ ਗਈ। ਬੜੀਆਂ ਜ਼ਬਰਦਸਤ ਅੱਗ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। ਹਾਲਾਂਕਿ ਕਰੜੀ ਮਸ਼ੱਕਤ ਉੱਥੇ ਫਾਇਰ ਬ੍ਰਿਗੇਡ ਦੀ ਟੀਮ ਪਹੁੰਚੀ, ਕਈ ਗੱਡੀਆਂ ਉੱਥੇ ਲਗਾਈਆਂ ਗਈਆਂ ਤੇ ਉਸ ਤੋਂ ਬਾਅਦ ਅੱਗ ਦੇ ਉੱਤੇ ਤਾਂ ਕਾਬੂ ਪਾ ਲਿਆ ਗਿਆ ਹੈ। ਦੂਜੀ ਰਾਹਤ ਦੀ ਖਬਰ ਇਹ ਵੀ ਹੈ ਕਿ ਜਾਨੀ ਨੁਕਸਾਨ ਦੀ ਖਬਰ नहीं है। सिरका पेंट फैक्ट्री में आग हमारे पास मैसेज आया था करीबन 9:15 बजे। 8 साल से करीब मैसेज मिला और हमारी आग है। हमने देखा भाई ज़्यादा पेंट की फैक्ट्री तकरीबन बहुत ज़्यादा आग थी इसमें। हमने 8 गाड़ियाँ यहाँ लगी हुई हैं और अब कंट्रोल हो चुकी है। हमें पता लगा, धुआं दिखा। सुबह आते ही धुआं देखा तो आग लगी हुई है। यहाँ उसके फैक्ट्री वाले के मित्र और जो इसमें काम करते थे आनंद, वो भी अच्छी तरह से कार्रवाई, पटवारी पुलिस मौके पर तुरंत पहुंच गई। ਅੱਗੇ ਵਧਦੇ ਹਾਂ ਤੇ ਖਬਰ ਹੁਣ ਲਵਾਂਗੇ ਪਟਿਆਲਾ ਤੋਂ। ਪਟਿਆਲਾ ਦੇ ਵਿੱਚ 2 ਮਾਸੂਮਾਂ ਦੇ ਉੱਤੇ ਪੁਲਿਸ ਦੇ ਟਾਰਚ ਦਾ ਮਾਮਲਾ ਸਾਹਮਣੇ ਆਇਆ ਹੈ ਕਿ ਮਹਿਜ਼ 10 ਰੁਪਏ ਦੇ ਵਿੱਚ 10 ਰੁਪਏ ਚੋਰੀ ਕਰਨ ਦੇ ਉੱਤੇ ਇਹ ਇਲਜ਼ਾਮ ਸੀ ਇਹਨਾਂ ਬੱਚਿਆਂ ਦੇ ਉੱਤੇ ਤੇ ਫਿਰ ਬੁਰੀ ਤਰ੍ਹਾਂ ਦੇ ਨਾਲ ਉਹਨਾਂ ਨੂੰ ਕੁੱਟਿਆ ਗਿਆ। ਇੱਕ ਮਾਸੂਮ ਨੂੰ ਤਾਂ ਕਰੰਟ ਲਗਾਉਣ ਦੇ ਵੀ ਇਲਜ਼ਾਮ ਨੇ। ਪਟਿਆਲਾ ਦੇ ਗੰਡਾਖੇੜੀ ਥਾਣੇ ਦਾ ਇਹ ਪੂਰਾ ਮਾਮਲਾ ਹੈ। ਬੱਚਿਆਂ ਦੇ ਪਰਿਵਾਰ ਨੇ ਕਾਰਵਾਈ ਦੀ ਮੰਗ ਕੀਤੀ ਹੈ। ਗੰਡਾਖੇੜੀ ਇਹ ਪੂਰਾ ਇਲਾਕਾ ਤੁਹਾਨੂੰ ਯਾਦ ਹੋਏਗਾ ਕਿ 2 ਮਾਸੂਮਾਂ ਦੀ ਵਜ੍ਹਾ ਨਾਲ ਪਹਿਲਾਂ ਵੀ ਖੂਬ ਚਰਚਾ ਦੇ ਵਿੱਚ ਰਿਹਾ ਹੈ ਜਦੋਂ 2 ਬੱਚਿਆਂ ਦੀ ਉੱਥੇ ਮੌਤ ਹੋ ਗਈ ਸੀ ਤੇ ਹੁਣ ਇੱਕ ਹੋਰ ਮਾਮਲਾ ਉੱਥੋਂ ਆਇਆ ਸਾਹਮਣੇ ਥਾਣੇ ਤੋਂ ਜਿੱਥੇ 2 ਬੱਚੇ ਜਿਨ੍ਹਾਂ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤੇ ਇਹਨਾਂ ਬੱਚਿਆਂ ਦੇ ਉੱਤੇ ਇਲਜ਼ਾਮ ਹੈ ਕਿ ਇਹਨਾਂ ਨੇ 10 ਰੁਪਏ ਚੋਰੀ ਕਰ ਲਏ ਸੀ ਤੇ ਉਸ ਤੋਂ ਬਾਅਦ ਫਿਰ ਕਿਸ ਤਰੀਕੇ ਨਾਲ ਇਹਨਾਂ ਦੇ ਉੱਤੇ ਤਸ਼ੱਦਦ ਕੀਤੀ ਗਈ, ਇਹਨਾਂ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਤੇ ਕਰੰਟ ਵੀ ਲਗਾਇਆ ਗਿਆ। ਇਹ ਵੀ ਇਲਜ਼ਾਮ ਨੇ। 10 ਰੁਪਏ ਚੱਕੇ ਸੀ ਬਸ ਇਹਨਾਂ ਨੇ ਫਿਰ ਮੇਰੇ ਕਰੰਟ ਲਾਇਆ ਸੀ। करंट लाया? कितने करंट लाया? ਇਹ ਹੱਥਾਂ 'ਚ हत्था च? ਹਾਂਜੀ। क्यों लाया? ਪਤਾ ਨਹੀਂ 10 ਰੁਪਏ ਚੱਕੇ कितों चक्के सीगे? ਫਿਰ ਤਾਂ पीर तो ਹਾਂਜੀ। कदों लेके गए सी पुलिस वाले, कदों ले आए? 2 ਵਜੇ 2 बजे आए उरे? ਹਾਂਜੀ। कदों छड्या? ਹੈਂ कदों छड्या? ਸ਼ਾਮ ਨੂੰ ਛੱਡਿਆ। हुण शाम नूं छड्या? किथे किथे करंट लाया, किथे कुट्टिया करना?
इधर करंट लाया इधर और बाँह से लत्ते मारे ये देखो। ਕੁੱਟਿਆ ਵੀ ਹੈ। हाँ जी ਇਹ ਮੁੰਡੇ ਨੇ ਕਿਤੇ 10 ਰੁਪਏ ਚੱਕੇ ਹੋਣੇ ਅੱਜ ਉੱਥੇ ਪੀਰ ਤੇ ਜਾ ਕੇ 10 ਰੁਪਏ ਚੱਕੇ ਤੇ ਇਹਦੀ ਰਿਪੋਰਟ ਜੀ ਉਹਨਾਂ ਨੇ ਥਾਣੇ 'ਚ ਕਰਾਤੀ। ਥਾਣੇ 'ਚ ਕਰਾਈ ਵੀ ਇਹਨੂੰ ਪੁਲਿਸ ਵਾਲਿਆਂ ਨੇ ਹੁਣ ਦੇਖ ਤੁਹਾਡੇ ਸਾਹਮਣੇ ਇਹਨੇ ਬਿਆਨ ਦਿਆ ਕਹਿੰਦਾ ਮੇਰੇ ਕਰੰਟ ਲਾਇਆ। ਇਹਨੂੰ ਆ ਕੇ ਮੈਂ ਪੁੱਛਿਆ ਮੈਂ ਕਿਹਾ ਪੁੱਤ ਵੀ ਤੈਨੂੰ ਮਾਰਿਆ ਮੂਹਰੇ ਤੇ ਨਹੀਂ? ਇਹ ਕਹਿੰਦਾ ਮੇਰੇ ਕਰੰਟ ਲਾਇਆ ਹੱਥਾਂ ਤੇ ਕੰਨਾਂ ਤੇ। ਕਰੰਟ ਲਵਾ ਕੇ ਇਹਨੇ ਇਹਦਾ ਨਾਂ ਲੈ ਦਿੱਤਾ ਮੇਰੇ ਮੁੰਡੇ ਦਾ ਜੀ। ਮੇਰੇ ਮੁੰਡੇ ਦਾ ਨਾਂ ਲੈ ਦਿੱਤਾ। ਉਹ ਕਹਿੰਦਾ ਵੀ ਪੁਲਿਸ ਵਾਲੇ ਕਹਿੰਦੇ ਤੇਰਾ ਮੁੰਡਾ ਵੀ ਨਾਲ ਹੈ। ਮੈਂ ਕਿਹਾ ਕੋਈ ਗੱਲ ਨਹੀਂ ਜੀ ਮੇਰਾ ਮੁੰਡਾ ਨਾਲ ਹੈ, ਮੈਂ ਮੁੰਡੇ ਨੂੰ ਲੈ ਕੇ ਆ ਜਾਂਦਾ ਥਾਣੇ 'ਚ। ਮੈਂ ਆਪਣੇ ਮੁੰਡੇ ਨੂੰ ਥਾਣੇ 'ਚ ਲੈ ਕੇ ਆ ਗਿਆ। ਬਾਕੀ ਜਦੋਂ ਮੈਂ ਇਹ ਮੁੰਡੇ ਦੀ ਵੀਡੀਓ ਲੱਗਿਆ ਬਣਾਉਣ ਵੀ ਤੇਰੇ ਕਰੰਟ ਲਾਇਆ ਮੈਂ ਤੇਰੀ ਬੋਲ ਪੁੱਤਰ, ਜਦ ਮੈਂ ਵੀਡੀਓ ਲੱਗਿਆ ਬਣਾਉਣ ਮੈਡਮ ਨੇ ਤੇ ਹੋਰ ਮੁਲਾਜ਼ਮ ਤੇ ਉਹਨਾਂ ਨੇ ਮੇਰਾ ਫੋਨ ਖੋਲਿਆ। ਫੋਨ ਖੋ ਕੇ ਜੇਬ 'ਚ ਪਾ ਲਿਆ। ਕਹਿੰਦੇ ਵੀ ਜਾ ਭਾਜਾ ਬਾਹਰ ਬੈਠ ਜਾ, ਅਸੀਂ ਦਿੰਦੇ ਫੋਨ ਤੇਰਾ। ਮੇਰਾ ਫੋਨ ਲੈ ਕੇ ਰੱਖ ਲਿਆ ਜੀ। ਕੀ ਖਬਰ ਦਾ ਰੁਖ ਕਰਦੇ ਹਾਂ। ਯਮੁਨਾਨਗਰ ਦੇ ਵਿੱਚ ਮਹਿਲਾ ਦੀ ਬਹਾਦਰੀ ਦੇ ਨਾਲ ਬਦਮਾਸ਼ ਪਸਤ ਹੋ ਗਏ। ਜੀ ਹਾਂ, ਘਰ ਦੇ ਵਿੱਚ ਬੜੇ ਬਦਮਾਸ਼ ਨੂੰ ਭੱਜਣ ਦੇ ਉੱਤੇ ਮਹਿਲਾ ਨੇ ਮਜਬੂਰ ਕਰ ਦਿੱਤਾ। ਲੁੱਟ ਦੇ ਇਰਾਦੇ ਦੇ ਨਾਲ ਘਰ ਦੇ ਵਿੱਚ ਬਦਮਾਸ਼ ਵੜਿਆ ਸੀ। ਵਪਾਰੀ ਦੀ ਪਤਨੀ ਦੇ ਉੱਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਵੀ ਹਮਲਾ ਕੀਤਾ ਗਿਆ। ਘਰ ਦੇ ਵਿੱਚ ਮਹਿਲਾ ਇਕੱਲੀ ਸੀ ਜਿਸ ਨੇ ਡਟ ਕੇ ਇਹਨਾਂ ਬਦਮਾਸ਼ਾਂ ਦਾ ਸਾਹਮਣਾ ਕੀਤਾ ਤੇ ਪੂਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਹੈ। ਤਸਵੀਰਾਂ ਤੁਹਾਨੂੰ ਦਿਖਾਵਾਂਗੇ ਯਮੁਨਾਨਗਰ ਤੋਂ ਪੂਰਾ ਮਾਮਲਾ। ਯਮੁਨਾ ਦੇ ਵਿੱਚ ਮਹਿਲਾ ਦੀ ਬਹਾਦਰੀ ਤਾਂ ਸਾਫ਼ ਤੌਰ ਤੇ ਨਜ਼ਰ ਆਈ ਹੈ ਕਿ ਬਦਮਾਸ਼ ਜੋ ਪਹੁੰਚੇ ਸੀ ਲੁੱਟ ਦੇ ਇਰਾਦੇ ਦੇ ਨਾਲ ਲੱਗ ਰਿਹਾ ਸੀ ਕਿ ਸ਼ਾਇਦ ਮਹਿਲਾ ਘਰ ਦੇ ਵਿੱਚ ਇਕੱਲੀ ਹੈ ਤੇ ਉਹ ਆਪਣੇ ਮਨਸੂਬਿਆਂ ਦੇ ਵਿੱਚ ਕਾਮਯਾਬ ਹੋ ਜਾਣਗੇ। ਤਾਂ ਦੀਵਾਰ ਟੱਪ ਕੇ ਉਹ ਘਰ ਦੇ ਵਿੱਚ ਦਾਖਲ ਹੁੰਦੇ ਨੇ। ਇੱਕ ਬਦਮਾਸ਼ ਤੁਹਾਨੂੰ ਨਜ਼ਰ ਆਇਆ ਹੋਵੇਗਾ, ਮੂਸ ਦੇ ਵੱਲੋਂ ਢਕਿਆ ਗਿਆ ਹੈ ਤੇ ਉਸ ਤੋਂ ਬਾਅਦ ਬਦਮਾਸ਼ ਨੇ ਅੰਦਰ ਵੜ ਕੇ ਤੇਜ਼ਧਾਰ ਹਥਿਆਰ ਦੇ ਨਾਲ ਹਮਲਾ ਵੀ ਕੀਤਾ। ਇਹ ਵੀ ਜਾਣਕਾਰੀ ਹੈ। ਹੱਥ ਦੇ ਵਿੱਚ ਤੇਜ਼ਧਾਰ ਹਥਿਆਰ ਵੀ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ। ਪਰ ਇਸ ਮਹਿਲਾ ਦੇ ਵੱਲੋਂ ਪਹਿਲਾਂ ਮਹਿਲਾ ਦੇ ਉੱਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਪਰ ਮਹਿਲਾ ਨੇ ਉੱਥੇ ਖੂਬ ਬਹਾਦਰੀ ਦਿਖਾਈ ਤੇ ਇਸ ਉੱਥੇ ਚੋਰ ਨੂੰ ਭੱਜਣ ਦੇ ਵਿੱਚ ਇਸ ਜਿਹੜਾ ਲੁੱਟ ਦੇ ਇਰਾਦੇ ਨਾਲ ਸ਼ਖਸ ਆਇਆ ਸੀ ਉਸ ਨੂੰ ਭੱਜਣ ਦੇ ਲਈ ਮਜਬੂਰ ਕਰ ਦਿੱਤਾ। ਘਰ ਦੇ ਵਿੱਚ ਵੜ ਕੇ ਬਦਮਾਸ਼ ਨੇ ਉੱਥੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਸੀ ਪਰ ਮਹਿਲਾ ਨੇ ਬੜਾ ਡਟ ਕੇ ਬਹਾਦਰੀ ਦੇ ਨਾਲ ਇਸ ਦਾ ਮੁਕਾਬਲਾ ਕੀਤਾ ਤੇ ਫਿਰ ਉੱਥੋਂ ਇਸ ਲੁਟੇਰੇ ਨੇ ਇਸ ਬਦਮਾਸ਼ ਨੇ ਚੋਰ ਨੇ ਭੱਜਣ ਦੇ ਵਿੱਚ ਹੀ ਭਲਾਈ ਸਮਝੀ। ਇਹ ਦੀਵਾਰ ਟੱਪ ਕੇ ਅੰਦਰ ਵੜਿਆ ਸੀ ਤੇ ਉਸ ਤੋਂ ਬਾਅਦ ਦਰਵਾਜ਼ਾ ਖੋਲ ਕੇ ਬਾਹਰ ਭੱਜ ਗਿਆ ਤੇ ਫਰਾਰ ਹੋ ਗਿਆ। ਹੁਣ ਉੱਥੇ ਦੀ ਪੁਲਿਸ ਲਾਜ਼ਮੀ ਤੌਰ ਤੇ ਇਸ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਦੇਖਣ ਦੀ ਕੋਸ਼ਿਸ਼ ਹੋ ਰਹੀ ਹੈ ਕਿ ਆਖਿਰ ਕੌਣ ਸੀ ਇਹ ਸ਼ਖਸ। ਮਹਿਲਾ ਵੀ ਉਸਦੇ ਪਿੱਛੇ ਬਾਹਰ ਜਾਂਦੀ ਹੈ ਤੇ ਉਸ ਤੋਂ ਬਾਅਦ ਉਸ ਤੋਂ ਸਾਹਮਣੇ ਦੇ ਜਿਹੜੇ ਗੁਆਂਢੀ ਨੇ ਉਹਨਾਂ ਨੂੰ ਬੁਲਾਇਆ ਜਾਂਦਾ ਤੇ ਉਸ ਤੋਂ ਬਾਅਦ ਅੱਗੇ ਪੂਰੇ ਮਾਮਲੇ ਦੇ ਵਿੱਚ ਉਹਨਾਂ ਨੂੰ ਜਿਹੜੀ ਫਸਟ ਏਡ ਉਹ ਵੀ ਦਿੱਤੀ ਜਾਂਦੀ ਹੈ ਤੇ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਨੂੰ ਵੀ ਇਤਲਾਹ ਦਿੱਤੀ ਜਾਂਦੀ ਹੈ। ਘਰ ਦੇ ਵਿੱਚ ਵੜ ਕੇ ਬਦਮਾਸ਼ ਨੂੰ ਜੋ ਉੱਥੇ ਲੁੱਟਣ ਦੇ ਇਰਾਦੇ ਦੇ ਨਾਲ ਪਹੁੰਚਿਆ ਸੀ ਉਸ ਨੂੰ ਭੱਜਣ ਦੇ ਲਈ ਇਸ ਮਹਿਲਾ ਨੇ ਮਜਬੂਰ ਕਰ ਦਿੱਤਾ। ਹਾਲਾਂਕਿ ਤੇਜ਼ਧਾਰ ਹਥਿਆਰ ਦੇ ਨਾਲ ਜ਼ਰੂਰ ਹਮਲਾ ਕੀਤਾ ਗਿਆ ਇਸ ਸ਼ਖਸ ਦੇ ਵੱਲੋਂ। ਮਹਿਲਾ ਜ਼ਖਮੀ ਵੀ ਹੋਈ ਹੈ ਪਰ ਲੁਟੇਰਾ ਉੱਥੋਂ ਭੱਜ ਨਿਕਲਿਆ। सर अभी तक तो कुछ पता नहीं लगा वो है कौन नहीं। अब पहली बार यहाँ पर देखा गया जी। वो इधर इस साइड से आया जी और आके यहाँ से एक बार उन्होंने अंदर पानी मांगा मैडम से। पानी मांगने के बाद वो दोबारा फिर आया, बोले जी ठंडा पानी दो, साहब है हमारे, इधर इशारा करके बोले साथ वाले को। तो मैडम ने फिर ठंडा पानी दिया दोबारा उनको। उसके बाद वो 20 मिनट तक इधर घूमता रहा साथ में। 20 मिनट के बाद उसने क्या किया, देखे इधर उधर भाई कोई नहीं है, वो पीछे से आया, पिछली दीवार से बैक पड़ी से अंदर कूदा। अंदर कूदने के बाद उसने एक पहले दरवाजा जो कि लॉक था उसके बाद दूसरे दरवाजे से उसने अंदर एंट्री की। तो घटना जैसे ही हमें पता चला तो पुलिस की टीम मौके पे आई है। तो हम पूरी कोशिश कर रहे हैं कि इसमें जल्दी से जल्दी हम अपराधी को पकड़ पाएँ। देखिए अभी ऐसा नहीं लग रहा है प्राइमा फेसाइली जैसा आप बता रहे कि चोरी की मंशा, तो उसने कोई ऐसा प्रयास नहीं किया घर में कोई चीज़ उठाने का। ना ही जो महिला है जिसमें हमला किया उनको ऐसा कुछ कहा कि कोई चाबी दे दो या कोई वैल्यूएबल कोई उसने ऐसी उनसे मांग नहीं की। तो वो एंगल हालांकि उसको मैं रूल आउट अभी नहीं करता बट प्राइमा फेसाइली ऐसा नहीं लगा। फिलहाल इस बुलेटिन ਦੇ ਵਿੱਚ ਇੰਨਾ ਹੀ। इजाजत ਦਿਓ। ਧੰਨਵਾਦ।